ਇਹ ਲੱਗਣਾ चाहिए ਵੀ ਯਾਰ ਨਿੰਦਰਾ ਦੇ ਚ ਪਿਆ ਤਾਂ ਘਰ ਲੁੱਟ ਲਿਆ ਤਾਂ ਕੋਈ ਤਕਲੀਫ ਨਹੀਂ ਆਈ ਤੇ ਕੋਈ ਰਾਸ਼ਨ ਦਾ ਘਰ ਭਰ ਗਿਆ ਤਾਂ ਖੁਸ਼ੀ ਨਹੀਂ ਆਈ ਤੇ ਈਸ਼ਵਰ ਦਾ ਤਾਂ ਘਰ ਲੁੱਟਿਆ ਹੋਇਆ। ਈਸ਼ਵਰ ਨੂੰ ਨਾ ਕੁਝ ਖੁਸ਼ੀ ਹੈ ਤੇ ਨਾ ਕੋਈ ਨਾਰਾਜ਼ਗੀ ਹੈ। ਜਿਵੇਂ ਤੂੰ ਸੁੱਤਾ ਐਵੇਂ ਈਸ਼ਵਰ ਸੁੱਤਾ। ਜਦੋਂ ਤੈਨੂੰ ਸੁੱਤੇ ਹੋਏ ਨੂੰ ਕੋਈ ਹਲਾਸ ਨਹੀਂ ਤੇ ਕੋਈ ਹਰਾਸ ਨਹੀਂ ਤੇ ਨਾ ਈਸ਼ਵਰ ਨੂੰ ਹੈ। ਈਸ਼ਵਰ ਸੁੱਤਾ ਪਿਆ ਤੇ ਤੁਸੀਂ ਕਹਿੰਦੇ ਵਾਹਿਗੁਰੂ ਵੀ ਤੇਰੀ ਆਵਾਜ਼ ਨਾ ਜਾਗੂ, ਬਹੁਤ ਵੱਡੀ ਆਵਾਜ਼ ਨਾਲ ਨਹੀਂ ਜਾਗਦਾ। ਤਾਂ ਤੂੰ ਸੁੱਤਾ ਪਿਆ ਹਾਂ ਇਹ ਹੈ ਵੀ ਜੇ ਤੂੰ ਵਾਹਿਗੁਰੂ ਵਾਹਿਗੁਰੂ ਕਰੇ ਤਾਂ ਤੇਰਾ ਵਿਅਸ਼ਟੀ ਨਾਲ ਸੁੱਤਾ ਪਿਆ ਤੇਰਾ ਬੋਲ ਕੇ ਜਾਗ ਉੱਠ ਸਕਦਾ। ਇਹ ਤੈਨੂੰ ਕਿਵੇਂ ਭੁਲੇਖਾ ਤੂੰ ਜਾਣਦਾ ਨੇ ਪਛਾਣਦਾ ਨਹੀਂ ਵੀ ਜਿਹੜੀ ਵਿਧੀ ਨਾਲ ਤੂੰ ਈਸ਼ਵਰ ਮੇ ਨੇਤਾ ਪ੍ਰਤੀ ਇੱਕ ਰੂਪ ਹੁੰਨਾ ਉਸ ਪ੍ਰਕਿਰਿਆ ਨੂੰ ਜਾਣ ਕਿ ਜੀਵ ਸੀਵ ਸੌਂ ਸੁਖ ਪਏ। ਓ ਜਿਹੜੇ ਜੀਵ ਸੀ ਇਹ ਈਸ਼ਵਰ ਹੀ ਹੋਗੇ ਸੌਂ ਕੇ यह राजता सौ के गवा लिया। वो तो कुछ काल में प्रकृति में तेनों ईश्वर में अभेद करता। जिवें आ जेड़े ठेले जे ਲਈ ਫਿਰਦੇ ਰਾਤ ਨੂੰ ਬੈਟਰੀ ਲਾ ਕੇ ਬਿਜਲੀ ਦੇ ਚਾਰਜ ਤੇ ਲਾ ਦਿੰਦੇ, ਉਹ ਬਿਜਲੀ ਦੀ ਬੈਟਰੀ ਫੇਰ ਜਾਗਰਤ ਕਰ ਦਿੰਦੀ ਹੈ। ਤੂੰ ਫੇਰ ਜਾਗਰਤ ਹੋ ਗਿਆ, ਚਾਰਜ ਹੋ ਗਿਆ ਈਸ਼ਵਰ ਨਾਲ ਮਿਲ ਕੇ ਸੌਂ ਕੇ ਅਗੇ ਜੀਵ ਸੀਵ ਸੌਂ ਸੁਖ ਪਏ। तो जो फेर उठता के सुपने कुछ करतूत हिलजुल होन लग गई। जीव सीव सौ सुख पे सुपने कुछ करतूत जागृत दीन मलीन वो विचलत शांत विभूत। ओ पकड़ लिया वो से विभूतियां ने। तो तैनू ये दस भी निंदरा चंगी कि ये चंगी। उधरों करजे लैन वाला आउंदा तां मंजे हेठ वड़दे, कई आखदा जो घरे नहीं। ये चंगी है कि जिथे तेथों ना कोई कर्ज दिंदा है ना कोई कर्ज लैंदा है, वो निंदरा चंगी। तां ये सिद्धा नहीं गा ये मोदी साहब नूं जां राष्ट्रपति नूं मिल लूंगा, नहीं। पहला जिहड़े लोकां दे निमांदे है इन्हां नूं मिलना पऊगा। ਇਹ ਕਿਸੇ ਮੰਤਰੀ ਨੂੰ ਮਿਲਾਉਣਗੇ, ਮੰਤਰੀ ਮੁੱਖ ਮੰਤਰੀ ਨੂੰ ਮਿਲਾਊਗਾ, ਮੁੱਖ ਮੰਤਰੀ ਅੱਗੋਂ ਟਾਈਮ ਲਊਗਾ, ਉਹ ਵੀ ਟਾਈਮ ਅੱਗੋਂ ਜਿਹੜਾ ਗ੍ਰਹਿ ਮੰਤਰੀ ਦੇਵੇ ਕਿ ਨਾ ਦੇਵੇ ਉਹਦੀ ਆਗਿਆ ਲਊਗਾ, ਉਹ ਆਗਿਆ ਦੇਊਗਾ, ਟਾਈਮ ਮੁਕਰਰ ਕਰੂਗਾ, ਫਿਰ ਤੁਸੀਂ ਜਾ ਕਰਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲ ਸਕਦੇ ਆ। ਤੇ ਬੈਠੇ ਹੋਏ ਇੱਥੇ ਮਿੱਟੀ ਦੇ ਸਰੀਰ 'ਚ ਤੇ ਮਿੱਟੀ ਪਦਾਰਥਾਂ ਦੇ ਮਾਲਕ ਬਣੇ। ਮੇਰੇ ਕੋਲੇ 5 ਏਕੜ ਹੈ, ਮੇਰੇ ਕੋਲੇ 50 ਏਕੜ ਹੈ, ਬੈਠਾ ਏਕੜ ਤੇ ਹੈ ਤੇ ਗੱਲਾਂ ਈਸ਼ਵਰ ਦੀਆਂ ਕਰਦਾ। ਤੂੰ ਕਿੱਥੇ ਬੈਠਾ? ਜੇ ਤੂੰ ਪ੍ਰਧਾਨ ਮੰਤਰੀ ਨੂੰ ਮਿਲਣਾ ਇੰਨਿਆਂ ਦਾ ਤੈਨੂੰ ਸਹਿਯੋਗ ਚਾਹੀਦਾ ਤੇ ਜੇ ਤੂੰ ਈਸ਼ਵਰ ਨੂੰ ਮਿਲਣਾ ਪਹਿਲਾਂ ਹਰਿਓਮ ਕਰਕੇ ਮਿਲ ਗਿਆ ਮੁਰਗੀ ਜਿੰਗਾ ਐ ਮਿਲਿਆ ਹੋਵੇ ਤਾਂ ਲੰਘਣ ਨੂੰ ਥਾਂ ਨਹੀਂ ਬਾਜ਼ਾਰਾਂ ਵਿੱਚ ਦੀ। ਆ ਕੱਲ ਮੀਂਹ ਪਿਆ ਸੀਗਾ ਲੰਘ ਕੇ ਤੋਬਾ ਕਰਾਤੀ ਕਿਉਂ? ਇਹ ਈਸ਼ਵਰ ਦੇ ਹੱਥ 'ਚ ਨਹੀਂ। ਈਸ਼ਵਰ ਦੀ ਜਿਹੜੀ ਪ੍ਰਕਿਰਤੀ ਹੈ ਇਹ ਉਹਦੇ ਹੱਥ 'ਚ ਹੈ। ਪ੍ਰਕਿਰਤੀ ਖੁਦ ਨਹੀਂ ਕੁਛ ਕਰਦੀ, ਪ੍ਰਕਿਰਤੀ ਵਿਕਿਰਤੀ ਦੇ ਹੱਥ 'ਚ ਦਿੰਦੀ ਹੈ, ਵਿਕਿਰਤੀ ਦੇ ਵਿੱਚੋਂ ਤੁਹਾਡੇ ਹੱਥ 'ਚ ਆਉਂਦਾ ਹੈ। ਤਾਂ ਇਹ ਹੋਏਗਾ ਵੀ ਕੰਮ ਤਾਂ ਲੰਮਾ ਹੈ ਤੇ ਕੰਮ ਲੰਮਾ ਵਿਧੀ ਪੂਰਵਕ ਕਰੇਗਾ ਤਾਂ ਲੰਬਾਈ ਘਟ ਜਾਂਦੀ ਹੈ। ਅਸੀਂ ਸਿੱਧਾ ਹੀ ਪ੍ਰਧਾਨ ਮੰਤਰੀ ਨੂੰ ਮਿਲਣਾ ਚਾਹੁੰਦੇ ਤਾਂ ਅੰਤ ਨੂੰ ਇਹ ਹੁੰਦਾ ਕਿ ਪ੍ਰਧਾਨ ਮੰਤਰੀ ਮਿਲਦਾ ਨਹੀਂ ਤੇ ਉਹ ਬਾਹਰ ਆਣ ਦੀ ਹੱਤਿਆ ਕਰ ਲੈਂਦੇ। ਕੋਈ ਕਹਿੰਦੇ ਕੋਈ ਚੀਜ਼ ਨਿਕਲ ਗਿਆ, ਕੋਈ ਕਹਿੰਦੇ ਫਾਹਾ ਲਾ ਲਿਆ ਆਪਣੇ ਆਪ ਨੂੰ। ਪੀੜਾ ਕੀ ਹੈ? ਪੀੜਾ ਇਹ ਹੈ ਕਿ ਵੀ ਪ੍ਰਧਾਨ ਮੰਤਰੀ ਨੂੰ
ਕਿਸੇ ਨੇ ਮਿਲਣ ਨਹੀਂ ਦਿੱਤਾ। ਤਾਂ ਇਹ ਵੀ ਜਿਹੜੇ ਸਿੱਧੇ ਪਰਮਾਤਮਾ ਨੂੰ ਮਿਲਣ ਨੂੰ ਫਿਰਦੇ ਆ, ਇਹ ਵੀ ਹੱਤਿਆ ਕਰ ਲੈਂਦੇ ਇਸ ਜੀਵ ਆਤਮਾ ਦੀ, ਇਹ ਸਰੀਰ ਦੀ। ਮਤਲਬ ਕਿ ਮਰ ਜਾਂਦਾ ਇਹ ਸਰੀਰ, ਇਹ ਮਿਲ ਨਹੀਂ ਸਕਦੇ। ਤਾਂ ਇਹ ਉੱਥੇ ਲੋਕ ਜਾਣ ਨੂੰ ਤਿਆਰ ਆ, ਜਿਹੜਾ ਆਖੇ ਲਿਆ ਮਲਾਈਏ ਤੈਨੂੰ ਸੱਚ ਦਾ ਕੌਣ ਗਾਹਕ ਹੈ। ਤੁਹਾਡੇ ਕੋਲੇ ਆਇਆ ਅਜ ਤੱਕ ਕੋਈ? ਤੇ ਗੱਬੜੇ ਠੋਕਣ ਵਾਲਿਆਂ ਕੋਲੇ ਸਾਰੇ ਆ ਜਾਂਦੇ। ਕਿਉਂ? ਜਿਵੇਂ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਬੜਿਆਂ ਦਾ ਸਹਿਯੋਗ ਚਾਹੀਦਾ, ਇਸ ਵਾਸਤੇ ਸਿੱਧਾ ਜਾ ਕਰਕੇ ਈਸ਼ਵਰ ਨੂੰ ਮਿਲਣ ਲਈ ਤੇ ਤੁਸੀਂ ਗ੍ਰੰਥ ਸਾਹਿਬ ਦੇ 4 ਪੱਤਰੇ ਐਂ ਕਰ ਲਏ, 4 ਐਂ ਕਰ ਲਏ, ਤੇ ਜਾ ਕੇ ਸਮਝਤਾ ਵੀ ਮੈਂ ਤਾਂ ਮਿਲਿਆ ਆ। ਕੋਈ ਐ ਨਹੀਂ ਮਿਲੇਦਾ। ਇਸੇ ਗ੍ਰੰਥ ਸਾਹਿਬ ਨੇ ਆਖਿਆ, ਕਿਉਂ ਝੂਠ ਬੋਲਦਾ? ਆਖੇ ਮਿਲਿਆ ਜੇ ਆਖੀਏ, ਮਿਲਿਆ ਨਾ ਹੋਵੇ, ਐ ਮਿਲ ਜਾਈਦਾ। ਤਾਂ ਮੈਂ ਤਾਂ ਆਵਾਜ਼ਾਂ ਮਾਰਦਾ ਸਾਂ, ਵਾਹਿਗੁਰੂ। ਤਾਂ ਤੂੰ ਵੀ ਆਵਾਜ਼ਾਂ 80% ਲੋਕ ਤਾਂ ਉਹ ਤੂੰ ਕੰਮ ਕਰਾਉਣ ਲਈ ਹੈ ਵੀ ਮੇਰਾ ਕੰਮ ਕਰਦੇ। ਧੰਨੇ ਨੇ ਆਖਿਆ ਮੇਰੇ ਨੱਕੇ ਮੋੜ ਦੇ, ਨਾਮਦੇਵ ਨੇ ਆਖਿਆ ਮੇਰੀ ਗਊ ਜਿਉਂਦੀ ਕਰਦੇ। ਜੇ ਪਰਮਾਤਮਾ ਸਰਗੁਣ ਸਰੂਪ ਅੰਦਰਲਾ ਬਾਹਰਲਾ ਇੱਕ ਹੋ ਕੇ ਸਾਖਸ਼ਾਤ ਹੋ ਗਿਆ, ਤਾਂ ਤੁਸੀਂ ਪ੍ਰਭੂ ਨੂੰ ਨੌਕਰੀ ਬਣਾਇਆ ਨਾ ਵੀ ਯਾਰ ਮੀਂਹ ਆਉਂਦਾ ਤੇ ਭੱਜ ਕੇ ਸਬਜ਼ੀ ਫੜ ਲਿਆ, ਫੇਰ ਕਿੱਥੋਂ ਲਿਆਵਾਂਗੇ? ਨੌਕਰ ਜਿਉਂਦਾ ਗਿਆ। ਤੇ ਧੰਨਾ ਦਾ ਮੇਰੇ ਜੀ ਨੱਕੇ ਮੋੜ ਖੇਤ ਨੂੰ ਪਾਣੀ ਲਾ ਦੇ, ਤੇ ਨਾਮਦੇਵਾ ਦਾ ਮੇਰੀ ਛੱਪਰੀ ਬੰਨ ਦੇ। ਤਾਂ ਫਿਰ ਤੁਸੀਂ ਨੌਕਰੀ ਬਣਾਇਆ ਨਾ ਪਰਮਾਤਮਾ ਨੂੰ। ਦਰਸ਼ਨ ਕਰਨ ਲਈ ਕਾਹਦੇ ਲਈ ਸੱਦਿਆ ਸੀ? ਉਹ ਆਦਾ ਮੇਰੀ ਛੰਨ ਬੰਨ ਦੇ, ਉਹ ਆਦਾ ਮੇਰੀ ਗਊ ਜਿਉਂਦੀ ਕਰ ਦੇ, ਉਹ ਆਦਾ ਮੇਰੇ ਨੱਕੇ ਮੋੜ ਦੇ, ਤੇ ਉਹ ਆਦਾ ਮੈਨੂੰ ਕੰਧ ਚੋਂ ਕੱਢ ਦੇ। ਤਾਂ ਅੰਤ ਨੂੰ ਰਹਿ ਗਿਆ, ਅਗਰ ਈਸ਼ਵਰ ਤੁਹਾਨੂੰ ਮਿਲ ਵੀ ਜਾਵੇ ਤਾਂ ਤੁਸੀਂ ਕੀ ਕਰੋਗੇ? ਉਹਨੂੰ ਮਿਲ ਕੇ ਬੋਲੋ। ਤਾਂ ਕੋਈ ਕੰਮ ਹੀ ਕਰੂਗਾ ਵੀ ਈਸ਼ਵਰ ਜੀ ਮੇਰੇ ਘਰ ਵਾਲੀ ਥੋੜੀ ਜਿਹੀ ਤਣਾਅ 'ਚ ਰਹਿੰਦੀ ਹੈ, ਤੇ ਈਸ਼ਵਰ ਹੁਣ ਤੇਰੇ ਘਰੇ ਪਹਿਰਾ ਦੇਵੇ, ਬਈ ਖਬਰਦਾਰ ਤਣਾਅ 'ਚ ਰਹੀ। ਉਹ ਮੇਰੇ ਕੋਲੇ ਉਹਨੇ ਸ਼ਿਕਾਇਤ ਕੀਤੀ, ਕਿੱਧਰ ਫਿਰਦੇ ਆ? ਤਾਂ ਅੰਤ ਨੂੰ ਕੀ ਹੈ? ਛੱਡੋ ਰਸਤੇ ਡੰਡੀਆਂ, ਮਹਾਮਾਰਗ ਫੜੋ। ਉਹ ਮਾਰਗ ਕੀ ਹੈ? ਉਹ ਸੰਤ ਲੋਕਾਂ ਨੇ ਕਿਹਾ ਕਿ ਪਹਿਲੀ ਬਾਤ ਜਿਹਨੂੰ ਤੁਸੀਂ ਓੰਕਾਰ, ਗੁਰਦੁਆਰਿਆਂ 'ਚ ਮੰਦਿਰਾਂ 'ਚ ਜਿਹੜੇ ਇਹ ਸਾਡੇ 2 ਪ੍ਰਕਾਰ ਦੇ ਸ਼ਾਸਤਰ ਹੈ, ਕਿਹੜੇ? ਉਪਨਿਸ਼ਦ, ਗੁਰਬਾਣੀ। ਇਹਦੇ ਮੂਲ ਮੇ ਵੀ ਇਹਨੂੰ ਯਾਦ ਕਰੀ। ਬਹੁਤਿਆਂ ਦੇ ਵਿੱਚ ਇੱਕ ਓੰਕਾਰ ਲਿਖਿਆ, ਇਹਨੂੰ ਯਾਦ ਕਰਾਉਂਦੇ ਆ ਵੀ ਇਹਨੂੰ ਜਾਣ ਲਿਆ। ਤਾਂ ਇਸ ਨੂੰ ਜਾਣਨ ਲਈ ਇਹ ਸਿੱਧਾ ਹੀ ਮੋਦੀ ਸਾਹਿਬ ਨਾਲ ਸੰਪਰਕ ਕਰਨਾ ਚਾਹੁੰਦਾ। ਹੈਲੋ ਮੋਦੀ, ਮੈਂ ਬੋਲ ਰਿਹਾ। ਉਹ ਕੱਟ ਕੇ ਕੰਪਿਊਟਰ ਪਰੇ ਮਾਰਦਾ, ਤੂੰ ਕੌਣ ਹੈ ਜਿਹੜਾ ਬੋਲਦਾ? ਬੜਾ ਪਤਾ ਨਹੀਂ ਮੈਂ ਜੀਵ ਹਾਂ ਕਿ ਮੈਂ ਸਾਧਕ ਹਾਂ, ਕਿ ਮੈਂ ਉੱਤਮ ਗਿਆਨੀ ਹਾਂ ਕਿ ਮੱਧਮ ਗਿਆਨੀ ਹੈ, ਤੇ मैं कि अंगुष्ठ प्रमाण हूँ कि मैं विभु प्रमाण हूँ कि मैं मध्यम प्रमाण हूँ कि मैं पूर्ण प्रकाश हूँ। किया तू जेड़ा ईश्वर नूं फोन करदा बारंबार, वाहिगुरु आवाज मारी है, किया तू? जे पुछ लिया कौन है तू, तो फोन वाले ने आवाजां तो मारदा, क्या जवाब है तेरे पास? कहूगा भलियो विधि पूर्वक लिया संतां गुरुआं ज्ञानियां दा सहारा लो। तुसीं बैठे हैं जी गुरु ग्रंथ साहब वेखा गुरु है, तो फिर मिलता क्यों नहीं गा? नित क्यों आना वाहेगुरु वाहेगुरु? यही दसदा मिलिया नहीं तैनूं। जे मिलिया होवे तो बंद हो जाएगा। आजा भाई आजा भाई आजा भाई, सीधा आजा।
ਕਿੰਨਾ ਚਿਰ ਆਣਾ ਜਿੰਨਾ ਚਿਰ ਉਹ ਆਇਆ ਨਹੀਂ। ਤੇ ਜਦੋਂ ਆ ਗਿਆ ਤਾਂ ਹੁਣ ਬਾਈ ਨੂੰ ਸੱਦਣ ਦੀ ਲੋੜ ਹੀ ਨਹੀਂ ਰਹੇਗੀ। ਵੀ ਇਹ ਸਾਬਤ ਕਰਦਾ ਹੈ ਕਿ ਤੁਹਾਨੂੰ ਸਾਖਸ਼ਾਤ ਈਸ਼ਵਰ ਨਾ ਹੋਇਆ ਤੇ ਨਾ ਹੋਏਗਾ। ਵੀ ਕਿਉਂ? ਐਸੇ ਭਜਨ ਕਰਦੇ हैं ਤਾਂ ਭਜਨ ਕਰੀ ਜਾਓ। ਸੰਤ ਲੋਕਾਂ ਨੇ ਭਜਨ ਦੀ ਪਰਿਭਾਸ਼ਾ ਵੀ ਬਦਲੀ ਹੈ। ਤਾਂ ਚਲੋ ਇੱਥੋਂ ਕਹਿਣ ਤੋਂ ਆ ਵੀ ਆਓ ਉਸ ਮੂਲ ਮੇ, ਜੇ ਈਸ਼ਵਰ ਨੂੰ ਸਾਖਸ਼ਾਤ ਆਪਣੇ ਰੂਪ ਚ ਮਿਲਣਾ ਤਾਂ ਕੀ ਹੈ ਕਿ ਅਲਫ ਆਦਿ ਪਹਿਲਾ ਅਲਫ ਆਦਿ ਆਇਆ ਸਾਰਣ ਗੁਰਾਂ ਦੀ ਮੈਂ, ਸਹਿਤ ਸਾਧਨਾ ਦੇ ਉਪਦੇਸ਼ ਲੀਤਾ, ਗੁਰਾਂ ਕਰੀ ਕਿਰਪਾ ਮਹਾਵਾਕ ਸੁਣਿਆ। ਉਹਨਾਂ ਨੇ ਕਿਰਪਾ ਕੀਤੀ, ਮਹਾਵਾਕ ਸੁਣਾਇਆ ਤੇ ਮੈਂ ਸੁਣਿਆ। ਗੁਰਾਂ ਕਰੀ ਕਿਰਪਾ ਮਹਾਵਾਕ ਸੁਣਿਆ, ਤਤ ਤੁਮ ਦਾ ਅਰਥ ਵਿਚਾਰ ਕੀਤਾ, ਪੰਜਾਂ ਕੋਸ਼ਾਂ ਨੂੰ ਸੋਧ ਕੇ ਸਾਖ ਜਾਤਾ, ਸਾਖੀ ਆਪ ਨੂੰ ਸਰਬ ਦਾ ਜਾਣ ਮੀਤਾ, ਸਾਖੀ ਬ੍ਰਹਮ ਸਰੂਪ ਨਾ ਭੇਦ ਕੋਈ, ਕਰ ਲਕਸ਼ਣਾ ਲਕਸ਼ ਅਪਯੋਕਸ਼ ਪੀਤਾ। ਜਿਹੜਾ ਇਹਨੂੰ ਪਰੋਕਸ਼ ਸੀ ਆਪਰੋਕਸ਼ ਹੋ ਗਿਆ, ਲਕਸ਼ਣਾ ਬਿਰਤੀ ਸੇ और आपको लखना बिरती करनी आउंदी है कि नहीं। तो ये होएगा भी लक्ष्य स्वरूप ਨੂੰ ਜਾਣਨ ਲਈ ਲਕਸ਼ਣਾ ਬਿਰਤੀ ਕਰਨੀ ਪਊ। ਤੇ ਜਿਹਨੇ ਟੱਕਰਾਂ ਮਾਰੀਆਂ, ਧੱਕੇ ਖਾਦੇ, ਜੀਵਨ ਬਤੀਤ ਕੀਤਾ, ਤਾਂ ਉਹਨੇ ਆ ਕੇ ਆਖਿਆ ਇਹ ਪ੍ਰਭੂ ਵੀ ਮੈਨੀ ਤਾਂ 60 ਸਾਲ ਤਾਂ ਬੀਤ ਗਏ, ਮੈਨੂੰ ਅਜੇ ਦਰਸ਼ਨ ਹੋਏ ਨਹੀਂ ਤੇ ਮੈਨੂੰ ਕਦ ਹੋਣਗੇ। ਤਾਂ ਗੁਰੂਆਂ ਨੇ ਉਹਦਾ ਨੁਕਸ ਜ਼ਾਹਰ ਕੀਤਾ, ਓਏ ਭਲਿਆ ਬੇਬੁੱਧ ਤੇ ਆਦਲਾ ਦ੍ਰਿਸ਼ਟ ਤੇ। ਬੁੱਧੀ ਦਾ ਕਾਰਜ ਜਿਹਨੂੰ ਬੁੱਧੀ ਪ੍ਰਕਾਸ਼ ਦੀ ਹੈ, ਬੁੱਧੀ ਦਾ ਪ੍ਰਕਾਸ਼ਿਆ ਹੋਇਆ ਚਾਰ ਖਾਣੀ ਦਾ ਜਗਤ ਤੇ ਤੇਰੀ ਨਿਗਾਹ ਰੱਖੀ ਹੋਈ ਹੈ। ਤੇ ਜਿਹੜਾ ਚਾਰ ਖਾਣੀ ਦੇ ਜਗਤ ਦਾ ਪ੍ਰਕਾਸ਼ਕ ਹੈ, ਉਹਦੇ ਵੱਲ ਤੇਰੀ ਪਿੱਠ ਕੀਤੀ ਹੋਈ ਹੈ। ਨਿਗਾਹ ਤੇਰੀ ਕਿੱਧਰ ਹੈ? ਤਾਂ ਅੰਤ ਨੂੰ ਇਹ ਹੀ ਨਿਕਲੇਗਾ ਕਿ ਵੀ ਮੇਰੀ ਨਿਗਾਹ ਕਿੱਥੇ ਹੈ। ਨਿਗਾਹ ਮੇਰੀ ਚਾਰ ਖਾਣੀ ਦੇ ਪਾਰਥਵਕ ਜਗਤ ਤੇ ਹੈ। 5 ਕਿੱਲਿਆਂ ਵਾਲਾ 50 ਬਣਾਉਣ ਨੂੰ ਫਿਰਦਾ, ਤੇ ਇੱਕ ਦੁਕਾਨ ਵਾਲਾ 5 ਦੁਕਾਨਾਂ ਬਣਾਉਣ ਨੂੰ ਫਿਰਦਾ, ਤੇ 50,000 ਵਾਲਾ ਦਾ ਮੇਰੀ ਲੱਖ ਹੋਣੀ ਚਾਹੀਦੀ ਹੈ। ਤੁਹਾਡੀ ਦ੍ਰਿਸ਼ਟੀ ਕਿੱਥੇ ਹੈ? ਬੇਬੁੱਧ ਤੇ ਆਦਲਾ ਦ੍ਰਿਸ਼ਟ ਤੇ ਦ੍ਰਿਸ਼ਟਾ ਆਪਣਾ ਆਪ ਅਸੰਗ ਜਾਣ, ਜੀਵ ਜਾਣਿਆ ਦੇ ਅਧਿਆਸ ਕਰਕੇ, ਧਰਮ और के अपने बीच माने, दे साथ की है तेरा संग प्यारे, जरा चित में चतर विचार ठानो, जान अपना आप आनंद हो, समा सुंदर है बहुत विचारवानो। सुंदर समा मनुखा शरीर ते अंत ਨੂੰ ਇਹ ਹੈ ਮਾਨਸ ਦੇ ਪਾਏ ਕਿਆ ਕੀਨਾ। ਬਾਣੀ ਨੇ ਇਹਨੂੰ ਆਖਿਆ ਕੀ ਕਰ ਲਿਆ ਇਹਦੇ ਨਾਲ? ਪੈਸੇ ਇਕੱਠੇ ਕਰ ਲਏ। ਪੈਸੇ ਖਾਨਾ ਦੇ ਆ ਕਿ ਇਕੱਠੇ ਕਰਦਾ ਇਹ ਪਤਾ। ਮੈਨੂੰ ਜੀ ਇਕੱਠੇ ਕਰਨ ਦਾ ਸ਼ੌਂਕ ਹੈ, ਖਾਣ ਖਾਣ ਦਾ ਸ਼ੌਂਕ ਨਹੀਂਗਾ, ਇਕੱਠੇ ਕਰਨ ਦਾ ਸ਼ੌਂਕ ਹੈ। ਤਾਂ ਇਹ ਆ ਗਿਆ ਕਿ ਬੇਬੁੱਧ ਤੇ ਬੁੱਧੀ ਦੇ ਕਾਰਜ ਤੇ ਦ੍ਰਿਸ਼ਟੀ ਰੱਖ ਕੇ ਤੇ ਸ੍ਰਿਸ਼ਟੀ ਨੂੰ ਜਾਣਨਾ ਚਾਹੁੰਦਾ। ਇਹ ਕਿਹਨੂੰ ਕਿਨੇ ਇੱਧਰ ਗਲਤ ਪਾਸੇ ਲਾਤਾ। ਤਾਂ ਕੀ ਹੈ ਕਿ ਤੇਰੀ ਬਹੁਤ ਮਹਿਮਾ ਹੈ, ਤੂੰ ਬਹੁਤ ਮਹੱਤ ਰੱਖਦਾ ਹੈ, ਤੇ ਪਰ ਤੂੰ ਉਹਨਾਂ ਲੋਕਾਂ ਦੇ ਹੱਥਾਂ 'ਚ ਆ ਗਿਆ ਜਿਹੜੇ ਲੋਕ ਭੋਗਾਂ ਦੇ ਪਿਆਰੇ ਐ,
ਜਿਨ੍ਹਾਂ ਦੇ ਸ਼ਹਿਰ ਦੇਸ਼ ਦੁਨੀਆ ਦੇ ਵਿੱਚ 100 ਆਸ਼ਰਮ ਹੈ, 100 ਡੇਰੇ ਆ, ਅਜੀਬ ਨਹੀਂ ਰੱਜੇ। ਤਾਂ ਉਹਨਾਂ ਦੀ ਵੇਖ ਲਓ ਬੋਧ ਵੱਲ ਦ੍ਰਿਸ਼ਟੀ ਹੈ ਕਿ ਜਿਹੜੀ ਵਸਤੂ ਵੱਲ ਆ ਕੇ ਬੇਬੁੱਧ ਤੇ ਆਦਲਾ ਦ੍ਰਿਸ਼ਟ ਤੇ ਵਿਚਾਰੋ। ਇਹਨਾਂ ਲੋਕਾਂ ਦੀ ਡੇਰਿਆਂ ਦੇ ਦ੍ਰਿਸ਼ਟੀ, ਡੇਰਿਆਂ ਦੀ ਜ਼ਮੀਨ ਤੇ ਦ੍ਰਿਸ਼ਟੀ, ਗੋਲਕਾਂ ਤੇ ਦ੍ਰਿਸ਼ਟੀ, ਆਉਣ ਜਾਣ ਵਾਲਿਆਂ ਤੇ ਦ੍ਰਿਸ਼ਟੀ, ਤੇ ਜਿਹੜਾ ਆਦਿਸ਼ਟਾਨਾ ਤੇ ਪ੍ਰਕਾਸ਼ਕ ਹੈ ਉਹਦੇ ਤੇ ਤਾਂ ਤੁਸੀਂ ਪਿੱਠੀ ਕੀਤੀ ਹੋਈ ਹੈ, ਤੇ ਕੀ ਭਾਲਦੇ ਹੋ? ਤਾਂ ਇਹ ਹੋਏਗਾ ਜੀ ਨਹੀਂ ਮੈਂ ਕਦੇ ਕੁਛ ਖਾਧਾ, ਬਾਜ਼ਾਰ ਦੀ ਚੀਜ਼ ਖਾਂਦਾ ਨਹੀਂ। ਅੱਛਾ ਚੰਗਾ ਭਾਈ, ਮੈਂ ਬਾਜ਼ਾਰ ਦੀ ਚੀਜ਼ ਖਾਂਦਾ ਨਹੀਂ। ਬੜੇ ਸਾਡੇ ਸੱਜਣ ਰਹੇ ਹੈ, ਮੈਂ ਬਾਜ਼ਾਰ ਦੀ ਚੀਜ਼ ਖਾਂਦਾ ਨਹੀਂ। ਤੇ ਜਦੋਂ ਤੋਂ ਬਾਜ਼ਾਰ ਦੀ ਚੀਜ਼ ਵੀ ਨਹੀਂ ਖਾਂਦਾ ਤੇ ਫਿਰ ਧਨ ਇਕੱਠਾ ਕਰਨ ਦੀ ਕੀ ਲੋੜ ਹੈ? ਕਿ ਜੀ ਇਹ ਮੈਨੂੰ ਸ਼ੌਂਕ ਹੈ, ਇਕੱਠਾ ਹੀ ਕਰਦਾ, ਖਾਂਦਾ ਨਹੀਂ। ਤਾਂ ਗੁਰੂਆਂ ਨੇ ਕੀ ਆਖਿਆ, ਸੰਤਾਂ ਨੇ? ਉਹ ਕਹਿੰਦੇ ਓਏ ਦਿਆ ਦਾ ਜਾਏ ਤੋ ਦੇ ਲੈ। ਓਏ ਜੇ ਤੇਰੇ ਕੋਲੇ ਹਿੰਮਤ ਬਣਾ, ਦਿੱਤਾ ਜਾਂਦਾ ਤਾਂ ਦੇ ਲੈ, ਕੋਈ ਹੋਰ ਖਾ ਲੇ। ਦਿਆ ਜਾਂਦਾ ਤਾਂ ਦੇ ਲੈ, ਖਾਇਆ ਜਾਂਦਾ ਤਾਂ ਖਾਏ, ਖਾਇਆ ਜਾਂਦਾ ਤਾਂ ਖਾ ਲੈ, ਦਿਆ ਜਾਂਦਾ ਤਾਂ ਦੇ। ਜੇ ਖਾਈਦਾ ਤਾਂ ਖਾ ਲਾ, ਤੇ ਜੇ ਦਿਆ ਜਾਂਦਾ ਤਾਂ ਦੇ ਦੇ। ਜੀ ਮੇਰੇ ਦੋਨੇ ਹੀ ਕੰਮ ਨਹੀਂ ਹੁੰਦੇ, ਨਾ ਖਾਣ ਨੂੰ ਜੀ ਕਰਦਾ ਤੇ ਨਾ ਦੇਣ ਨੂੰ ਜੀ ਕਰਦਾ। ਤਾਂ ਇੱਥੋਂ ਪਤਾ ਲੱਗ ਗਿਆ ਉਹ ਧੰਦਿਆ ਕੀੜਿਆ, ਕਰ ਲਾ ਇਕੱਠਾ ਜਿੰਨਾ ਕਰਾ ਕੇ ਤੇਰੇ ਕਾਜ ਨਾ ਅਵਰਾਂ ਜੋਗ। ਇਹ ਤੇਰੇ ਕੰਮ ਨਹੀਂ, ਕਿਸੇ ਹੋਰ ਦੇ ਕੰਮ ਆਊਗੀ। ਤੋ ਇਹ ਕੰਮ ਆ ਕੇ ਵੀ ਕੀ ਕਰੂਗਾ? ਜਿਸ ਨੂੰ ਪਤਾ ਲੱਗ ਗਿਆ ਵੀ ਇਹਦੇ ਕੋਲੇ ਧਨ ਹੈ ਤੇ ਤੈਨੂੰ ਆਈ ਲੈ ਚਿੱਠੀ, ਵੀ ਤੁਸੀਂ ਚਿੱਠੀ ਵਾਲਿਆਂ ਨੂੰ ਪੁੱਛੋਗੇ ਵੀ ਮੇਰੇ ਕੋਲੇ ਧਨ ਤਾਂ ਹੈਗਾ, ਵੇ ਤੂੰ ਕੀ ਕਰਨਾ, ਮੈਂ ਤੈਨੂੰ ਘੱਲ ਦੇਣਾ 10 ਲੱਖ। ਤਾਂ ਉਹ ਆਖੂਗਾ ਭਈ ਅਸੀਂ ਹਥਿਆਰ ਖਰੀਦਣੇ। ਤਾਂ ਹਥਿਆਰ ਤੈਨੂੰ ਮਾਇਵਤੀ ਦੇਣਗੇ ਨਾ, ਹੋਰ ਕੀ ਦੇਣਗੇ? ਇਦੋਂ ਵੱਧ ਹਥਿਆਰਾਂ ਦੀ ਕੀ ਤਾਕਤ ਹੈ? ਸਭ ਨੂੰ ਮੌਤ ਦਾਨ ਦੇਣਗੇ। ਤੇ ਜਿਹੜਾ ਜੀਵਨ ਦਾਨ ਦੇਣ ਵਾਲਾ ਸੀਗਾ, ਅੰਨ ਦਾਣਾ, ਕੋਈ ਗਰੀਬ ਭੋਜਨ ਕਰੇ, ਕੋਈ ਸਾਧੂ ਭੋਜਨ ਕਰੇ, ਇਧਰੋਂ ਤੇਰੀ ਮੁੱਠੀ ਕੁੱਟੀ ਹੈ। ਤੋ ਅੰਤ ਨੂੰ ਹੋਗਾ ਫਿਰ ਜਾਨ ਲੈਣ ਵਾਲਿਆਂ ਦੇ ਕੋਲ ਹੀ ਜਾਊਗਾ। ਇਹ ਜਾਨ ਦੇਣ ਵਾਸਤੇ ਸੀ। ਤਾਂ ਗੁਰੂਆਂ ਨੇ ਸੰਤਾਂ ਨੇ ਕਿ ਖਾਇਆ ਜਾਏ ਤੋ ਖਾਏ ਲੈ, ਦਿਆ ਜਾਏ ਤੋ ਦੇ। ਇਨ ਦੋਨਾਂ ਤੋਂ ਜੋ ਬਚੇ ਸੋ ਤੂੰ ਜਾਣੀ ਖੇ। ਇਹ ਖੇ ਚੱਕੀ ਫਿਰਦਾ। ਜਿੱਥੇ ਇਹ ਉਪਦੇਸ਼ ਆ ਉੱਥੇ ਵੀ ਖੇ ਤੇ ਨਿਗਾਹ ਕਿ ਨਹੀਂ ਸਭ ਦੀ। ਅਮਰੀਕਾ ਚੋਂ ਇੱਕ ਆਇਆ, ਅਸੀਂ ਸਤਸੰਗ ਕਰਨਗੇ ਜਲੰਧਰ, ਤੇ ਉਹਨੇ ਉਹ ਭਾਈ ਨਾਲ ਜਿਹੜੇ ਪਰਿਵਾਰ 'ਚ ਅਸੀਂ ਠਹਿਰਦੇ ਸੀ, ਹਰੀ ਸਿੰਘ ਵੀ ਜਾਣਦਾ, ਦਰਸ਼ਨਾ ਵੀ ਜਾਣਦੀ, ਤੁਸੀਂ ਨਹੀਂ ਜਾਣਦੇ, ਤੁਸੀਂ ਪਰੋਕਸ਼ ਰੂਪ ਸੇ ਸਮਝ ਲਓ। ਉਹਨਾਂ ਨੇ ਆਖਿਆ ਵੀ ਅਸੀਂ ਇਹਨਾਂ ਬੰਦਿਆਂ ਨੂੰ ਬੁਲਾਉਣਾ ਹੈ, ਤੇ ਉਹ ਆਦੇ ਵੀ ਉਹਨਾਂ ਦੇ ਆਉਣ ਲੱਗੇ ਨਾ, ਸਪਾਂਸਰ ਲੈ ਕੇ ਆਇਓ। ਤਾਂ ਇਹਨਾਂ ਨੂੰ ਵੀਜ਼ਾ ਮਿਲ ਜੂ ਤੇ ਤੁਹਾਨੂੰ 2 ਮਹੀਨੇ ਅਮਰੀਕਾ 'ਚ ਸੁਣਾ ਆਉਣਗੇ ਸਤਸੰਗ। ਉਹ ਮੇਰੀ ਸਪਾਂਸਰ ਲੈ ਕੇ ਆਇਆ, ਤੇ ਜਦੋਂ ਅਸੀਂ ਇਹ ਗੱਲਾਂ ਕੀਤੀਆਂ ਵੀ ਸਾਰਿਆਂ ਦਾ ਨਾ ਤਾਂ ਗ੍ਰੰਥ ਸਾਹਿਬ ਵੱਲ ਨਿਗਾਹ, ਨਾ ਗ੍ਰੰਥ ਸਾਹਿਬ ਬੋਲ ਵੱਲ ਨਿਗਾਹ, ਨਾ ਜਿਹਦੇ ਵੱਲ ਗ੍ਰੰਥ ਸਾਹਿਬ ਬੋਲਦਾ ਉਹਦੇ ਵੱਲ ਧਿਆਨ ਹੈ, ਸਾਰਾ ਧਨ ਵੱਲ ਧਿਆਨ ਹੈ। ਉਹ ਆਦੇ ਜੀ ਇਹਦੇ ਬਿਨਾਂ ਕੰਮ ਨਹੀਂ ਚੱਲਦਾ। ਤਾਂ ਮੈਂ ਆਖਿਆ ਜਿਹੜੇ ਦਿਹਾੜੀ ਜਾਂਦੇ ਉਹਨਾਂ ਦਾ ਵੀ ਨਹੀਂ ਚੱਲਦਾ, ਤੇ ਗੁਰਦੁਆਰਿਆਂ ਵਾਲਿਆਂ ਦਾ ਵੀ ਨਹੀਂ ਚੱਲਦਾ। ਕਿ ਉਹ ਆਦਾ ਵੀ ਤੁਸੀਂ ਤਾਂ ਮੇਰੀ ਸ਼ਰਧਾ ਗਾਲਤੀ। ਤੇ ਮੈਂ ਆਖਿਆ ਤੁਹਾਡੀ ਸ਼ਰਧਾ ਸੀ ਕਦ? ਇਹ ਵੀ ਭੁਲੇਖਾ ਕਿ ਮੇਰੀ ਸ਼ਰਧਾ ਸੀ। ਤੇ ਮੈਂ ਤਾਂ ਸਪਾਂਸਰ ਲੈ ਕੇ ਆਇਆ ਸੀ, ਮੈਂ ਸਪਾਂਸਰ ਆਪਦੇ ਬੈਗ 'ਚ ਹੀ ਰੱਖ।
तेरी स्पॉन्सर दा मारा हुण मैं आखां जी तू तां महान हो गया। महान मोहन कोई नहीं, सारे माया दे कीड़े है। गुरुद्वारे मंदिर भाई पाठी पंडित पुरोहित ये सारे पैसे दे प्यारे है। ते पैसे दा नाम माया है। माया दा निर्गुण स्वरूप माया प्रभु दे घर वाली बनाता ते सरगुण स्वरूप दा नाम पैसे धन बनाता। ये इक्को ही है। ਤਾਂ ਤੁਸੀਂ ਵਿਚਾਰ ਕੇ ਵਿਚਾਰ ਕਰ ਲੋ। ਅਸੀਂ ਕਿਸੇ ਸੱਜਣ ਪੁਰਸ਼ ਕੋਲੇ ਜਾਈਏ ਤਾਂ ਆਦਰ ਨਾਲ ਉਹ ਸਾਨੂੰ ਤਾਂ ਆਦਰ ਆ ਉਹਦੇ ਪ੍ਰਤੀ, ਤੇ ਅਸੀਂ ਉਹਦੇ ਘਰੇ ਜਾ ਕਰਕੇ ਤੇ ਤਾਲਮੇਲ ਉਹਦੇ ਘਰ ਵਾਲੀ ਨਾਲ ਰੱਖੀਏ ਤਾਂ ਉਹ ਤੁਹਾਡੇ ਤੇ ਨਾਰਾਜ਼ ਹੋਊਗਾ ਤੇ ਖੁਸ਼ ਹੋਊਗਾ। ਤਾਂ ਉਹ ਆਖੂਗਾ ਓਏ ਭਲਿਆ ਤੂੰ ਤਾਲਮਾਲ ਮੇਰੇ ਨਾਲ ਕਰਨਾ ਕਿ ਮੇਰੇ ਘਰ ਵਾਲੀ ਨਾਲ। ਤੋ ਨਾ ਤਾਂ ਪ੍ਰਭੂ ਦਾ ਲੈਂਦੇ ਆ ਤੇ ਤਾਲਮੇਲ ਘਰ ਵਾਲੀ ਨਾਲ ਸਭ ਦਾ ਮਾਇਆ ਨਾਲ ਹੈ ਔਰ ਮਾਇਆ ਦੇ ਕਾਰਜ ਨਾਲ ਹੈ। ਤੇ ਭਲੇਖੇ ਚ ਮਤ ਰਿਓ ਵੀ ਮੈਨੂੰ ਦਰਸ਼ਨ ਹੋ ਜਾਣਗੇ। ਨਾ ਤੈਨੂੰ ਜਾਗਰਤ ਚ ਹੋਏ ਆ, ਨਾ ਸੁਪਨ ਚ ਹੋਏ ਆ, ਨਾ ਗੁਰੂ ਕਰਾ ਸਕਦਾ, ਨਾ ਕੋਈ ਚੇਲਾ ਕਰਾ ਸਕਦਾ। ਕਿਉਂ? ਤੇਰੀ ਖਿੱਚ ਵੇਖ, ਖਿੱਚ ਵੇਖ ਕਿੱਧਰ ਹੈ। ਲੋਕਾਂ ਨੇ ਖਾਣ ਪਾਣ ਦੇ ਪਦਾਰਥ ਲਾਏ, ਚਲੋ ਬਈ ਉਹਨਾਂ ਨੇ ਪਾਰਟੀ ਤੇ ਸੱਦਿਆ, ਉਹ ਲੋਕ ਜਾ ਰਹੇ ਹਮ ਹਮਾ ਕੇ, ਤੋ ਟੇਬਲ ਭਰੇ ਹੋਏ ਆ ਪਦਾਰਥਾਂ ਦੇ, ਸਲੂਣੇ ਮਿਸ਼ਟਾਨ ਕਰਾਰੇ। ਤੋ ਜਦੋਂ ਚਮਟਾ ਜਾ ਤੇ ਪਲੇਟ ਚੱਕਦਾ ਹੈ, ਉਹ ਜਿੱਧਰ ਵਾਸ਼ਨਾ ਹੈ ਉਸੇ ਪਲੇਟ ਤੇ ਹੱਥ ਉਹਦਾ ਜਾ ਲਾਉਂਦੀ, ਦੂਜੀਆਂ ਪਲੇਟਾਂ ਸਾਰੀਆਂ ਨੂੰ ਛੱਡ ਜਾਂਦਾ। ਕਿਉਂ? ਵੀ ਇਹ ਕਿਉਂ ਚੱਕਦਾ? ਕੋਈ ਮਿੱਠਾ ਚੱਕੀ ਜਾਂਦੇ ਆ, ਕੋਈ ਕਰਾਰਾ ਚੱਕੀ ਜਾਂਦੇ ਆ, ਕੋਈ ਸਿਆਲ ਦੇ ਵਿੱਚ ਆਈਸਕ੍ਰੀਮ ਹੀ ਖਾਈ ਜਾਂਦੇ। ਵੀ ਕਿਉਂ ਖਾਣੇ? ਜਿਹੜੇ ਅੰਦਰ ਵਾਸ਼ਨਾ ਹੈ ਉਧਰ ਲਿਜਾਂਦੀ। ਤਾਂ ਹੁਣ ਤੁਸੀਂ ਵੇਖ ਲਓ ਵੀ ਤੁਹਾਡੀ ਵਾਸ਼ਨਾ ਪ੍ਰਭੂ ਵੱਲ ਹੈ ਕਿ ਪ੍ਰਭੂ ਦੀ ਜਿਹੜੀ ਸ੍ਰਿਸ਼ਟੀ ਹੈ ਔਰ ਮਾਇਆ ਦਾ ਕਾਰਜ ਹੈ ਇਹਦੇ ਵੱਲ ਹੈ। ਪਹਿਲਾਂ ਸੱਚ ਬੋਲਿਓ। ਨਾਨਕ ਜੀ ਨੇ ਕਿਹਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ। ਤੇ ਤੁਸੀਂ ਹੁਣ ਵੀ ਝੂਠ ਬੋਲ ਦਿਆਂਗੇ? ਨਹੀਂ ਜੀ, ਸਾਡਾ ਤਾਂ ਪਰਮਾਤਮਾ ਵੱਲ ਖਿਆਲ ਹੈ। ਤਾਂ ਫਿਰ ਕਸਰ ਕਿਹੜੀ ਹੈ? ਉਹ ਨਹੀਂ, ਉਹ ਘਰ ਵਾਲੀ ਵੱਲ ਨੂੰ ਜਾ ਰਹੇ ਹੈ। ਪਰਮਾਤਮਾ ਤਾਂ ਵਿਚਾਰਾ ਤਟਸਥ ਹੈ। ਉਹ ਤਟਸਥਤਾ ਕੁਟਸਥਤਾ ਨੂੰ ਪਛਾਣੋ ਤੇ ਮਾਇਆ ਦੇ ਕਾਰਜ ਤੇ ਮਾਇਆ ਨੂੰ ਬੈਠੇ ਹੈ ਤਾਂ ਪਤਾ ਇਹ ਕੈਸੇ ਡੰਗ ਮਾਰਦੇ। ਤੇ ਗੁਰੂਆਂ ਨੇ ਬਾਣੀ ਚ ਕਹਿਆ ਕਿ ਮਾਇਆ ਹੋਈ ਨਾਗਨੀ। ਮੈਂ ਸਥੂਲ ਅਰਥ ਸੁਣਾ ਰਿਹਾ, ਅਜੇ ਅਧਿਆਤਮ ਅਰਥ ਤੇ ਆਤਮ ਅਰਥ ਤਾਂ ਔਰ ਹੈ। ਚਲੋ ਲੋਕਾਂ ਵਾਲੇ ਕਿ ਮਾਇਆ ਹੋਈ ਨਾਗਨੀ, ਜਗਤ ਰਹੀ ਲਪਟਾਏ, ਜੋ ਇਸकी ਸੇਵਾ ਕਰੇ ਤਿਸ ਹੀ ਕੋ ਫਿਰ ਖਾਏ। ਜਿਹੜਾ ਇਹਦੀ ਸੇਵਾ ਕਰਦਾ ਨਿਤ ਗਿਣ ਲੈ ਫੇਰ ਸਾਹਮਣੇ, ਨਿਤ ਕਾਫੀ ਵੇਖ ਲਈ, ਅੱਛਾ ਇੰਨੇ ਹੋ ਗਏ। ਇਹਦੀ ਸੇਵਾ ਵਿੱਚ ਲੱਗਿਆ, ਅੰਤ ਨੂੰ ਇਸੇ ਨੂੰ ਹੀ ਖਾ ਜਾਂਦੀ ਹੈ। ਕਿਉਂਕਿ ਕੋਈ ਬੰਦੂਕ ਧਾਰੀ ਆ ਕੇ ਤੇ ਰੱਖ ਲੈਂਦਾ, ਕੱਢ ਓਏ। ਕੱਢਣ ਨੂੰ ਜੀ ਕਰਦਾ ਹੁੰਦਾ ਤਾਂ ਪਹਿਲਾਂ ਕਿਤੇ ਪਵਿੱਤਰ ਪਾਸੇ ਨਾ ਲਾ ਦਿੰਦਾ ਤਾਂ ਉਹ ਕੱਢਦਾ ਨਹੀਂਗਾ। ਤਾਂ ਉਸੇ ਦੀ ਮਾਇਆ ਸੀ ਜਿਹੜੀ ਉਹ ਗੋਲੀ ਉਸੇ ਨੂੰ ਤਾਂ ਮ੍ਰਿਤੂ ਕਰ ਜਾਂਦੀ ਹੈ ਤੇ ਉਹਦੀਆਂ ਰੌਣਕਾਂ ਲਾ ਦਿੰਦੀ ਹੈ 4 ਦਿਨ ਦੀਆਂ। ਤਾਂ ਉਹਨੂੰ ਕਿ ਕਬੀਰ ਜੀ ਨੇ ਕਿਹਾ, ਕਹੋ ਕਬੀਰ ਸੁਣੋ ਮਨ ਮੇਰੇ। ਜਿਹੜਾ ਧਨੀ ਤੋਂ ਧਨ ਖੋ ਕੇ ਲੈ ਗਿਆ ਉਹਦੀ ਮ੍ਰਿਤੂ ਕਰ ਗਿਆ। ਤੇ ਅੱਗੇ ਕਬੀਰ ਜੀ ਕਹਿੰਦੇ, ਕਹੋ ਕਬੀਰ ਸੁਣੋ ਮਨ ਮੇਰੇ, ਯਹੀ ਹਵਾਲ ਹੋਏਗੇ ਤੇਰੇ। ਤੂੰ ਤੈਥੋਂ ਪਰਬਲ ਤੈਥੋਂ ਖੋਲੂਗਾ, ਤੇਰੇ ਤੇ ਵੀ ਗੋਲੀ ਰੱਖੂਗਾ। ਇਸ ਲਈ ਇਹਨਾਂ ਗੋਲੀਆਂ ਤੋਂ ਬਚਣ ਲਈ ਪ੍ਰਭੂ ਦੇ ਆਸਰੇ ਹੋ ਜੋ, ਸੰਤੋਖ ਬਿਰਤੀ ਕਰੋ, ਨਾ ਕਿਸੇ ਨਾਲ ਹੇਰ ਫੇਰ ਕਰੋ। ਸਾਰੀ ਜਨਤਾ ਆਪਣਾ ਸਰੂਪ ਹੈ, ਗੰਦੇ ਬੰਦੇ ਵੀ ਆਪਣਾ ਹੀ ਸਰੂਪ ਹੈ, ਪਰ ਉਹਨਾਂ ਦੇ ਸੰਸਕਾਰ ਗੰਦੇ ਹੋ ਗਏ। ਕਿਉਂ ਹੋ ਗਏ? ਚੰਗਿਆਂ ਪੁਰਸ਼ਾਂ ਦਾ ਸੰਗ ਨਾ ਮਿਲਿਆ। ਜਿਨ੍ਹਾਂ ਦੇ ਖਾਨਦਾਨ ਚੋਂ ਆਉਂਦੇ ਆ, ਉਹ ਖਾਨਦਾਨ ਤਾਂ ਗੰਦੇ ਨਹੀਂ ਸੀ। ਉਹ ਇਸ ਲਈ ਨਹੀਂ ਸੀ ਗੰਦੇ ਕਿ ਉਹਨਾਂ ਦੇ ਸੰਸਕਾਰ ਚੰਗੇ ਮਿਲਦੇ ਸੀ।
ਇਸ ਲਈ ਅੱਜ ਵੀ ਤੁਸੀਂ ਆਪਣੇ ਪਰਿਵਾਰ ਨੂੰ, ਆਪਣੇ ਸਹਿਯੋਗੀਆਂ ਨੂੰ, ਆਪਣੇ ਭੈਣ ਭਾਈਆਂ ਸਾਥੀਆਂ ਨੂੰ ਚੰਗਾ ਸੰਸਕਾਰ ਦਿਓ, ਮਾੜਾ ਸੰਸਕਾਰ ਨਾ ਦਿਓ। ਜਿਸ ਸੰਸਕਾਰ ਦੇ ਨਾਲ ਉਹ ਵੀ ਦੁਖੀ ਹੋਵੇ ਤੇ ਅਸੀਂ ਵੀ ਦੁਖੀ ਹੋਈਏ। ਆ ਕਿੰਨੇ ਆ ਸਭ ਪਕੜੀ ਜਾਂਦੇ, ਕਿਉਂ ਜਾਂਦੇ ਆ ਕਿ ਮਾੜੇ ਸੰਸਕਾਰ ਦਾ ਫਲ ਹੈ। ਸਭੀ ਇੱਕ ਚੇਤਨ ਆਤਮਾ ਹੈ। ਗੰਦਾ ਬੰਦਾ ਵੀ ਚੇਤਨ ਆਤਮਾ ਤੇ ਭਲਾ ਬੰਦਾ ਵੀ ਚੇਤਨ ਆਤਮਾ ਹੈ। ਤਾਂ ਕੀ ਹੈ ਫਿਰ ਫਰਕ ਕੀ ਹੈ? ਫਰਕ ਸੰਸਕਾਰਾਂ ਦਾ। ਆਪਣੇ ਸੰਸਕਾਰ ਸੁੱਧ ਕਰੋ। ਸੁੱਧ ਸੰਸਕਾਰਾਂ ਨੂੰ ਦੈਵੀ ਗੁਣ ਆਖਿਆ, ਗੰਦੇ ਸੰਸਕਾਰਾਂ ਨੂੰ ਆਸਰੀ ਗੁਣ ਆਖਿਆ। ਤੇ ਮੁਕਤੀ ਚਾਹੁੰਦੇ ਆ ਤਾਂ ਆ ਜਾਓ ਇੱਥੇ। ਆਪਣੂ ਸਰੀਰ ਮਾਇਆ ਦਾ ਕਾਰਜ, ਇਹ ਸਰੀਰ ਇੰਦਰੀਆਂ ਪ੍ਰਾਣ ਮਨ ਬੁੱਧੀ ਤੋਂ ਅਤੀਤ ਹੋ ਜੋ। ਤੇ ਜਿਹੜਾ ਅਤੀਤ ਹੈ ਉਹਦਾ ਕੀ ਸਰੂਪ ਹੈ? ਕਹੋ ਮੈਂ ਸਤ ਚਿਤ ਆਨੰਦ ਅਬਨਾਸੀ ਹੂੰ, मैं आत्मपुर का वासी हूँ। नहीं मात पिता का जाया हूँ, नहीं जन्म तार मैं आया हूँ। मैं सतचिदानंद अविनाशी हूँ, मैं आत्मपुर का वासी हूँ। नहीं मात पिता का जाया हूँ, नहीं जन्म तार मैं आया। मैं सतचिदानंद अविनाशी हूँ, मैं आत्मपुर का वासी हूँ। नहीं मात पिता का जाया हूँ, नहीं जन्म तार मैं आया हूँ।